बहुत सारे ਜਿਹੜੇ ਰਿਫਿਊਜੀ ਨੇ ਇੰਡੀਆ ਤੋਂ ਆਏ ਸੀ ਵੇਰੀਅਸ ਰੀਜ਼ਨਸ ਕਰਕੇ ਆਪਣੇ ਸ਼੍ਰੀਲੰਕਾ ਤੋਂ ਸੋਮਾਲੀਆ ਤੋਂ ਆਏ ਸੀ ਉਹਨਾਂ ਨੂੰ ਔਨਰੇਰੀਅਮ ਬੇਸਿਸ ਤੇ ਵਿਦਆਊਟ ਚਾਰਜਿੰਗ ਐਨੀ ਫੀ ਉਹਨਾਂ ਨੂੰ ਸੈਟਲ ਕਰਿਆ ਇੱਥੇ ਕੈਨੇਡਾ ਦੇ ਵਿੱਚ ਪੀਆਰ ਦਿਲਾਈ ਉਹਨਾਂ ਨੂੰ ਇਨਲਾਈਟਨ ਕੀਤਾ ਜਾਏ ਉਹਨਾਂ ਨੂੰ ਐਜੂਕੇਟ ਕੀਤਾ ਜਾਏ ਕਿ ਦੇਰ ਆਰ ਲੀਗਲ ਵੇਜ਼ ਤੁਸੀਂ ਲੀਗਲ ਵੇ ਦੇ ਨਾਲ ਡਿਗਨੀਫਾਈਡ ਵੇ ਦੇ ਨਾਲ ਕੈਨੇਡਾ ਨੂੰ ਜਾ ਸਕਦੇ ਹੋ 93 ਦੀ ਕੰਪਨੀ ਹੈ ਤੇ ਹੁਣ ਅਸੀਂ 2021 ਦੇ ਵਿੱਚ ਗੱਲ ਕਰ ਰਹੇ ਹਾਂ ਬਹੁਤ ਸਾਰੇ ਲਾਅ ਬਦਲੇ ਨੇ ਰੂਲ ਬਦਲੇ ਨੇ ਬਹੁਤ ਸਾਰੀਆਂ ਚੀਜ਼ਾਂ ਵਿੱਚ ਆਈਆਂ ਨੇ ਹੁਣ ਤੁਹਾਨੂੰ ਕੀ ਲੱਗਦਾ ਹੈ ਕਿ ਉਸ ਸਮੇਂ ਦੇ ਨਾਲੋਂ ਹੁਣ ਰੂਲ ਜ਼ਿਆਦਾ ਸਖਤ ਹੋਏ ਨੇ ਜਾਂ ਈਜ਼ੀ ਹੋਏ ਨੇ ਮੇਰੇ ਕੋਲ ਨੌਲੇਜ ਇੰਨੀ ਸੀ ਕਿਉਂਕਿ ਮੈਂ ਇਮੀਗ੍ਰੇਸ਼ਨ ਦੇ ਵਿੱਚ ਐਮਬੈਡਡ ਹਾਂ 28 ਸਾਲ ਤੋਂ ਇਸ ਕਰਕੇ ਲੋਕ ਬਹੁਤ ਜ਼ਿਆਦਾ ਟਰਸਟ ਕਰਨ ਲੱਗ ਗਏ ਫੇਥ ਕਰਨ ਲੱਗ ਗਏ ਕਿ ਇੱਕ ਕੰਪਨੀ ਹੈ ਜਿਨ੍ਹਾਂ ਕੋਲ ਨੌਲੇਜ ਹੈ ਇੰਨੀ ਔਰ ਇਹ ਸਹੀ ਸਾਨੂੰ ਮਾਰਗ ਹੈ ਸਹੀ ਰਸਤਾ ਦਿਖਾ ਸਕਦੇ ਨੇ ਹੁਣ ਫੈਮਿਲੀ ਰੀਯੂਨੀਫਿਕੇਸ਼ਨ ਵਾਰ-ਵਾਰ ਐਪਲੀਕੇਸ਼ਨ ਤਾਂ ਸਬਮਿਟ ਹੋ ਰਹੀਆਂ ਪਰ ਰਿਜ਼ਲਟ ਨਹੀਂ ਆ ਰਿਹਾ ਤੁਹਾਨੂੰ ਕੀ ਲੱਗਦਾ ਰਿਜ਼ਲਟ ਇੰਨੀ ਜਲਦੀ ਕਿਉਂ ਨਹੀਂ ਆ ਰਿਹਾ ਕੀ ਕੋਵਿਡ ਕਾਰਨ ਹੈ ਉਹਨਾਂ ਦਾ ਜਿਹੜਾ ਸਟਾਫ ਹੈ ਜੇ ਪੂਰਾ ਫੁੱਲ ਸਟ੍ਰੀਮ ਤੇ ਸਟਾਫ ਨਹੀਂ ਆਇਆ ਅੰਬੈਸੀ ਦੇ ਵਿੱਚ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਵਿੱਚ ਜਿੱਥੇ ਇੱਕ ਪ੍ਰੋਗਰਾਮ ਮੈਨੇਜਰ ਆ 50 ਵੀਜ਼ਾ ਆਫਸਰ ਹੁਣ ਸਾਰਿਆਂ ਦੇ ਦਿਮਾਗ ਦੇ ਵਿੱਚ ਇਹੀ ਕੁਐਸਚਨ ਹੈ ਰਿਫਿਊਜ਼ਲਸ ਨੂੰ ਕਿਵੇਂ ਹੈਂਡਲ ਕੀਤਾ ਜਾਂਦਾ ਦੇਖੋ ਰਿਫਿਊਜ਼ਲ ਹੁੰਦੀਆਂ ਰਹਿੰਦੀਆਂ ਨੇ ਉਹਦੇ ਕਈ ਰੀਜ਼ਨ ਹੁੰਦੇ ਨੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਵੇ ਟੂ ਗੋ ਦ ਕੰਪਲੀਟ ਇਮੀਗ੍ਰੇਸ਼ਨ ਸੋਲੂਸ਼ਨ ਦੇ ਵਿੱਚ ਸਵਾਗਤ ਹੈ ਇਮੀਗ੍ਰੇਸ਼ਨ ਦੀ ਜਦੋਂ ਗੱਲ ਕਰਦੇ ਹਾਂ ਤਾਂ ਕੈਨੇਡਾ ਇਮੀਗ੍ਰੈਂਟਸ ਦੀ ਧਰਤੀ ਹੈ ਤੇ ਕੈਨੇਡਾ ਆਉਂਦਾ ਹਰ ਕੋਈ ਚਾਹਵਾਨ ਪਰ ਬਹੁਤ ਸਾਰੇ ਮੌਕੇ ਹੈਗੇ ਨੇ ਜਿਸ ਦੇ ਤਹਿਤ ਕੈਨੇਡਾ ਆਇਆ ਜਾ ਸਕਦਾ ਹੈ ਕੈਨੇਡਾ ਦੇ ਵਿੱਚ ਐਪਲੀਕੇਸ਼ਨ ਲਗਾਈ ਜਾ ਸਕਦੀ ਹੈ ਸਟੂਡੈਂਟ ਵੀਜ਼ ਦੇ ਉੱਤੇ ਵਰਕ ਪਰਮਿਟ ਦੇ ਉੱਤੇ ਤੇ ਹੋਰ ਬਹੁਤ ਸਾਰੇ ਰਾਹ ਹੈਗੇ ਨੇ 1993 ਦੇ ਵਿੱਚੋਂ ਇੱਕ ਕੰਪਨੀ ਹੈ ਜਿਹੜੀ ਹੈਲਪ ਕਰ ਰਹੀ ਹੈ ਹਰ ਕਿਸੇ ਦੀ ਕੈਨੇਡਾ ਆਉਣ ਦੇ ਤੇ ਜੇ ਉਹਨਾਂ ਦੀ ਅਸੀਂ ਗੱਲ ਕਰੀਏ ਤਾਂ ਆਫਿਸਿਸ ਉਹਨਾਂ ਦੇ 25 ਤੋਂ ਵੱਧ ਆਫਿਸਿਸ ਪੂਰੇ ਵਰਲਡ ਦੇ ਵਿੱਚ ਨੇ ਵਰਲਡ ਵਾਈਡ ਸਰਵਿਸਿਜ਼ ਇਹਨਾਂ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਕਿਹੜੀਆਂ ਸਰਵਿਸਿਜ਼ ਦਿੱਤੀਆਂ ਜਾ ਰਹੀਆਂ ਨੇ ਕਦੋਂ ਇਹ ਕੰਪਨੀ ਸਟਾਰਟ ਹੋਈ ਸੀ ਇਹ ਸਭ ਦੀ ਜਾਣਕਾਰੀ ਦੇ ਨਾਲ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ ਕਰਨਲ ਸੰਧੂ ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸੰਧੂ ਸਾਹਿਬ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਅਰਸ਼ਦੀਪ ਜੀ ਵੈਲਕਮ ਵਾਂਸ ਅਗੇਨ ਟੂ ਦ ਸਟੂਡੀਓਜ਼ ਸੋ ਅਸੀਂ WWICS ਦੀ ਜਦੋਂ ਗੱਲ ਕਰਦੇ ਹਾਂ ਤੇ ਸਾਨੂੰ ਸਾਡੇ ਸਾਹਮਣੇ ਪੂਰੀ ਪਿਕਚਰ ਕਲੀਅਰ ਹੋ ਜਾਂਦੀ ਹੈ ਕਿ ਕਿੰਨੀਆਂ ਜ਼ਿਆਦਾ ਸਰਵਿਸਿਜ਼ ਇਸ ਕੰਪਨੀ ਦੇ ਦੁਆਰਾ ਦਿੱਤੀਆਂ ਗਈਆਂ ਨੇ ਸੋ ਸੰਧੂ ਸਾਹਿਬ ਇਹ ਦੱਸੋ ਕਿ ਇਹ ਕੰਪਨੀ 1993 ਦੇ ਵਿੱਚ ਖੋਲੀ ਗਈ ਸੀ ਤੁਸੀਂ ਉਦੋਂ ਤੋਂ ਇਹਦੇ ਨਾਲ ਜੁੜੇ ਹੋਏ ਆ ਤੁਸੀਂ ਬਿਲਕੁਲ ਠੀਕ ਹੈ ਕਿ ਅਕਤੂਬਰ 1993 ਚ ਇਸ ਕੰਪਨੀ ਦੀ ਫਾਊਂਡੇਸ਼ਨ ਅਸੀਂ ਲੇ ਕੀਤੀ ਸੀ ਔਰ ਟੋਰਾਂਟੋ ਆਫਿਸ ਚੋਂ ਟੌਮਕਿਨ ਸਟਰੀਟ ਤੇ ਸੀ ਉਸ ਤੋਂ ਪਹਿਲਾਂ ਮੈਂ ਰਿਫਿਊਜੀ ਬੋਰਡ ਤੇ ਵੀ ਰਿਹਾ ਬਹੁਤ ਸਾਲ ਬਹੁਤ ਸਾਰੇ ਜਿਹੜੇ ਰਿਫਿਊਜੀ ਨੇ ਇੰਡੀਆ ਤੋਂ ਆਏ ਸੀ ਵੇਰੀਅਸ ਰੀਜ਼ਨਸ ਕਰਕੇ ਆਪਣੇ ਸ਼੍ਰੀਲੰਕਾ ਤੋਂ ਸੋਮਾਲੀਆ ਤੋਂ ਆਏ ਸੀ ਉਹਨਾਂ ਨੂੰ ਔਨਰੇਰੀਅਮ ਬੇਸਿਸ ਤੇ ਵਿਦਆਊਟ ਚਾਰਜਿੰਗ ਐਨੀ ਫੀ ਉਹਨਾਂ ਨੂੰ ਸੈਟਲ ਕਰਿਆ ਇੱਥੇ ਕੈਨੇਡਾ ਦੇ ਵਿੱਚ ਪੀਆਰ ਦਿਲਾਈ ਸੋ ਉਹਦੇ ਨਾਲ ਇੱਕ ਆਈਡੀਆ ਮਿਲ ਗਿਆ ਕਿ ਲੋਕਾਂ ਨੂੰ ਆਪਣੇ ਕੰਟਰੀ ਦੇ ਵਿੱਚ ਜਾ ਕੇ ਉਹਨਾਂ ਦੀ ਨੇਟਿਵ ਕੰਟਰੀ ਜਾ ਕੇ ਉਹਨਾਂ ਨੂੰ ਇਨਲਾਈਟਨ ਕੀਤਾ ਜਾਏ ਉਹਨਾਂ ਨੂੰ ਐਜੂਕੇਟ ਕੀਤਾ ਜਾਏ ਕਿ ਦੇਰ ਆਰ ਲੀਗਲ ਵੇਜ਼ ਤੁਸੀਂ ਲੀਗਲ ਵੇ ਦੇ ਨਾਲ ਡਿਗਨੀਫਾਈਡ ਵੇ ਦੇ ਨਾਲ ਕੈਨੇਡਾ ਨੂੰ ਜਾ ਸਕਦੇ ਹੋ ਕੈਨੇਡਾ ਦੀ ਇਮੀਗ੍ਰੇਸ਼ਨ ਖੁੱਲੀ ਸੀ ਔਰ ਹਮੇਸ਼ਾ ਜਿਹੜੀ ਹੈ ਦੇ ਹੈਵ ਬੀਨ ਵੈਲਕਮਿੰਗ ਪੀਪਲ ਪਰ ਉਹਨਾਂ ਨੂੰ ਵੈਲਕਮ ਕਰਦੇ ਜਿਹੜੇ ਆਪਣਾ ਲੀਗਲ ਤਰੀਕੇ ਦੇ ਨਾਲ ਆਉਂਦੇ ਨੇ ਸੋ ਮੈਂ ਫਿਰ ਇੰਡੀਆ ਗਿਆ ਔਰ ਉੱਥੇ ਜਾ ਕੇ ਮੈਂ ਆਪਣੇ ਸੈਮੀਨਾਰ ਕਰੇ ਪ੍ਰੈਜੈਂਟੇਸ਼ਨਾਂ ਦਿੱਤੀਆਂ ਔਰ ਲੋਕ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਆਉਣੇ ਸ਼ੁਰੂ ਹੋ ਗਏ ਸੈਮੀਨਾਰ ਦੇ ਵਿੱਚ ਕਈ ਜਗ੍ਹਾ ਤੇ ਸ਼ਹਿਰਾਂ ਦੇ ਵਿੱਚ ਤਾਂ ਸਟੈਂਪੀਡ ਹੋ ਗਿਆ 2-2000 3-3000 ਬੰਦਾ ਵੀ ਆਇਆ ਹੈ ਮੇਰੇ ਕੋਲ ਨੌਲੇਜ ਇੰਨੀ ਸੀ ਕਿਉਂਕਿ ਮੈਂ ਇਮੀਗ੍ਰੇਸ਼ਨ ਦੇ ਵਿੱਚ ਐਮਬੈਡਡ ਹਾਂ 28 ਸਾਲ ਤੋਂ ਇਸ ਕਰਕੇ ਲੋਕ ਬਹੁਤ ਜ਼ਿਆਦਾ ਟਰਸਟ ਕਰਨ ਲੱਗ ਗਏ ਫੇਥ ਕਰਨ ਲੱਗ ਗਏ ਕਿ ਇੱਕ ਕੰਪਨੀ ਹੈ ਜਿਨ੍ਹਾਂ ਕੋਲ ਨੌਲੇਜ ਹੈ ਇੰਨੀ ਔਰ ਇਹ ਸਹੀ ਸਾਨੂੰ ਮਾਰਗ ਹੈ ਸਹੀ ਰਸਤਾ ਦਿਖਾ ਸਕਦੇ ਨੇ ਤੋ ਇਹਨਾਂ 28 ਸਾਲ ਦੇ ਪੀਰੀਅਡ ਦੇ ਵਿੱਚ ਤਕਰੀਬਨ 5 ਲੱਖ ਇਮੀਗ੍ਰੈਂਟ ਮੈਂ ਐਜ਼ ਅ ਇਮੀਗ੍ਰੈਂਟ ਐਪਲੀਕੈਂਟ ਸਿਰਫ ਉਹ ਆਏ ਨੇ ਜਿਹੜੀ ਉਹਨਾਂ ਦੇ ਵਾਈਫ ਬੱਚੇ ਜਾਂ ਹੋਰ ਫੈਮਿਲੀ ਮੈਂਬਰਸ ਨੇ ਉਹ ਇਹਦੇ ਵਿੱਚ ਇਨਕਲੂਡਡ ਨਹੀਂ ਹੈਗੇ ਐਜ਼ ਔਨ ਟੂਡੇ ਅਸੀਂ ਮੇਜਰ ਇਮੀਗ੍ਰੇਸ਼ਨ ਜਿਹੜੀ ਕਰਦੇ ਹਾਂ ਕੈਨੇਡਾ ਦੀਆਂ ਅਸੀਂ ਇੱਥੇ ਅਥਾਰਟੀ ਹਾਂ ਅਸੀਂ ਸਪੈਸ਼ਲਾਈਜ਼ ਕਰਦੇ ਹਾਂ ਮੇਰੇ ਤੇ ਇਸ ਕੰਪਨੀ ਦੇ ਉੱਤੇ ਜਿਹੜੇ ਵਿੱਚ ਨੇ
ਉਹਦੇ ਇਮੀਗ੍ਰੇਸ਼ਨ ਲਾਇਰਸ ਨੇ, ਸੀਏਜ਼ ਨੇ, ਹੋਰ ਬਹੁਤ ਸਟਾਫ ਹੈ, ਕੈਨੇਡੀਅਨ ਲਾਇਰਸ ਨੇ ਜਿਹੜੇ ਕੰਮ ਕਰਦੇ ਨੇ ਕੰਪਨੀ ਦੇ ਵਿੱਚ। ਸਾਡੇ ਜਿੱਦਾਂ ਤੁਸੀਂ ਕਿਹਾ ਹੈ, ਸਾਡੇ ਓਵਰਸੀਜ਼ ਬ੍ਰਾਂਚੇ ਦੇ ਵਿੱਚ 15 ਆਫਿਸ ਨੇ ਜੀ। ਦੇ ਆਰ ਮੇਨਲੀ ਇਨ ਮਿਡਲ ਈਸਟ ਕੰਟਰੀ, ਯੂਏਈ ਦੇ ਵਿੱਚ ਨੇ 5 ਔਰ ਗਲਫ ਕੰਟਰੀ 'ਚ 5 ਬ੍ਰਾਂਚੇਸ ਹੈਗੀਆਂ ਨੇ ਜੀ। ਇਸ ਤੋਂ ਇਲਾਵਾ ਮੈਂ ਈਸਟ ਅਫਰੀਕਾ ਦੇ ਵਿੱਚ ਵੀ ਆਫਿਸ ਖੋਲ੍ਹੇ ਹੋਏ ਨੇ। ਉਹਦੇ ਵਿੱਚ ਕੀਨੀਆ ਨੈਰੋਬੀ 'ਚ ਆਫਿਸ ਹੈ, ਕੰਪਾਲਾ ਦੇ ਯੁਗੰਡਾ 'ਚ ਵੀ ਆਫਿਸ ਰਿਹਾ, ਫਿਰ ਮੈਂ ਤੰਜ਼ਾਨੀਆ ਵੀ ਗਿਆ ਤੇ ਉੱਥੇ ਵੀ ਮੈਂ ਪ੍ਰੈਜੈਂਟੇਸ਼ਨ ਦਿੱਤੀਆਂ ਨੇ, ਪਰ ਉੱਥੇ ਮੈਂ ਆਫਿਸ ਨਹੀਂ ਖੋਲ੍ਹਿਆ। ਇਹਨਾਂ ਤਿੰਨਾਂ ਜਿਹੜੇ ਕੰਟਰੀਜ਼ ਨੇ ਇਹਨਾਂ ਨੂੰ ਜਿਹੜਾ ਹੁਣ ਕੀਨੀਆ ਜਿਹੜਾ ਨੈਰੋਬੀ ਦੇ ਵਿੱਚ ਆਫਿਸ ਆ ਉਹ ਲੁੱਕ ਆਫਟਰ ਕਰਦਾ ਜੀ। ਸੋ ਟੋਟਲ ਸਾਡੇ ਕੋਲ ਤਕਰੀਬਨ 30 ਆਫਿਸ ਨੇ ਪੂਰੇ ਵਰਲਡ ਵਾਈਡ। ਇਹ ਮਲਟੀਨੈਸ਼ਨਲ ਕੰਪਨੀ ਹੈ ਸਾਡੀ ਔਰ ਜਿਹੜੇ ਇਮੀਗ੍ਰੈਂਟ ਆਉਂਦੇ ਨੇ ਕੈਨੇਡਾ ਦੇ ਵਿੱਚ ਪੂਰੇ ਵਰਲਡ ਦੇ ਵਿੱਚੋਂ ਆਉਂਦੇ ਨੇ। ਜੇ ਕਿਸੇ ਨੂੰ ਮੌਕਾ ਨਹੀਂ ਵੀ ਮਿਲਦਾ ਸਾਡੇ ਉਹਦੇ ਵਿੱਚ ਬ੍ਰਾਂਚ ਦੇ ਵਿੱਚ ਜਾਣ ਦਾ, ਉਹ ਆਨਲਾਈਨ ਆ ਕੇ ਸਾਡੇ ਨਾਲ ਆਪਣੀ ਅਸੈਸਮੈਂਟ ਕਰਾਉਣ। ਅਸੈਸਮੈਂਟ ਕਰਕੇ ਅਸੀਂ ਸਾਡੇ ਪੂਰੇ ਆਟੋਮੇਟਡ ਆਫਿਸ ਨੇ, ਵਿਦਿਨ ਸੈਕਿੰਡ ਰਿਜ਼ਲਟ ਪਹੁੰਚ ਜਾਂਦਾ ਹੈ ਐਪਲੀਕੈਂਟ ਨੂੰ। ਉਹਦੇ ਸਾਰੇ ਡਾਕੂਮੈਂਟ ਜਿਹੜੇ ਨੇ ਬਾਏ ਇਲੈਕਟ੍ਰੋਨਿਕਲੀ ਆ ਜਾਂਦੇ ਨੇ, ਅਸੀਂ ਉਹਦਾ ਕੇਸ ਫਾਈਲ ਕਰ ਦਿੰਦੇ ਹਾਂ ਕਿਸੇ ਵੀ ਕੈਟਾਗਰੀ ਦੇ ਵਿੱਚ। ਸੰਧੂ ਸਾਹਿਬ, ਤੁਸੀਂ ਬੜੇ ਵਧੀਆ ਤਰੀਕੇ ਦੇ ਨਾਲ ਐਕਸਪਲੇਨ ਕਰ ਰਹੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਸਰਵਿਸਿਜ਼ ਦਿੱਤੀਆਂ ਜਾ ਰਹੀਆਂ। ਹੁਣ 1993 ਦੀ ਕੰਪਨੀ ਹੈ ਤੇ ਹੁਣ ਅਸੀਂ 2021 ਦੇ ਵਿੱਚ ਗੱਲ ਕਰ ਰਹੇ ਹਾਂ। ਬਹੁਤ ਸਾਰੇ ਲਾਅ ਬਦਲੇ ਨੇ, ਰੂਲ ਬਦਲੇ ਨੇ, ਬਹੁਤ ਸਾਰੀਆਂ ਚੀਜ਼ਾਂ ਵਿੱਚ ਆਈਆਂ ਨੇ। ਹੁਣ ਤੁਹਾਨੂੰ ਕੀ ਲੱਗਦਾ ਹੈ ਕਿ ਉਸ ਸਮੇਂ ਦੇ ਨਾਲੋਂ ਹੁਣ ਰੂਲ ਜ਼ਿਆਦਾ ਸਖਤ ਹੋਏ ਨੇ ਜਾਂ ਈਜ਼ੀ ਹੋਏ ਨੇ? ਹੁਣ ਕਿਹੜੀਆਂ ਕੈਟਾਗਰੀਜ਼ ਦੇ ਵਿੱਚ ਫਾਈਲਾਂ ਜਿਹੜੀਆਂ ਨੇ ਲਗਾਈਆਂ ਜਾ ਸਕਦੀਆਂ ਨੇ? ਮੇਜਰ ਕੋਈ ਰੂਲ ਚੇਂਜ ਨਹੀਂ ਹੋਏ ਹੈਗੇ। ਉਹਦੇ ਵਿੱਚ ਉਹਨਾਂ ਨੇ ਰਿਫਾਰਮ ਕੀਤਾ ਹੈ, ਉਹਨਾਂ ਨੂੰ ਹੋਰ ਫਾਰਮਲਾਈਜ਼ ਕੀਤਾ ਹੈ। ਪਹਿਲਾਂ ਵੀ ਐਕਸਪ੍ਰੈਸ ਐਂਟਰੀ ਕੇਸ ਸੀ ਜਿਹਨੂੰ ਅਸੀਂ ਇਕਨੋਮਿਕ ਇਮੀਗ੍ਰੈਂਟ ਕਹਿੰਦੇ ਜਾਂ ਸਕਿਲਡ ਵਰਕਰ ਕਹਿੰਦੇ ਸੀ, ਰਾਈਟ ਫਰਮ 1993 ਤੋਂ। ਤੇ ਉਦੋਂ ਵੀ ਬਿਜ਼ਨਸ ਕੈਟਾਗਰੀ ਖੁੱਲ੍ਹੀ ਸੀ, ਸਟੂਡੈਂਟ ਕੈਟਾਗਰੀ ਦੇ ਵੀ ਲੋਕ ਵੀ ਆਉਂਦੇ ਸੀ। ਪਰ ਹੁਣ ਇਹਨੂੰ ਇੰਪਰੂਵ ਕਰਦੇ ਕਰਦੇ ਉਹਦੇ ਵਿੱਚ ਉਹਨਾਂ ਨੇ ਫੈਡਰਲ ਸਕਿਲਡ ਕੈਟਾਗਰੀ ਲੈ ਗਏ ਨੇ, ਵਰਕਰਸ ਲੈ ਗਏ ਨੇ। ਇਹ ਤੋਂ ਇਲਾਵਾ PNP ਪ੍ਰੋਗਰਾਮ ਨੇ ਔਰ ਇਹ ਤੋਂ ਇਲਾਵਾ ਜਿਹੜਾ ਐਜੂਕੇਸ਼ਨ ਦਾ ਵਰਟੀਕਲ ਹੈ, ਬਿਜ਼ਨਸ ਦਾ ਵਰਟੀਕਲ ਹੈ, ਫਿਰ ਵਰਕ ਪਰਮਿਟ ਹੋ ਗਏ ਨੇ ਜਿਨ੍ਹਾਂ ਨੂੰ ਜਲਦੀ ਆਪਣਾ ਇੱਥੇ ਵਰਕਰ ਚਾਹੀਦੇ ਨੇ। ਸੋ ਕੈਟਾਗਰੀ ਜਨਰਲੀ ਉਹੀ ਨੇ, ਉਹਨਾਂ ਨੂੰ ਰਿਫਾਰਮ ਕਰਕੇ ਰਿਫਾਈਨ ਕਰਕੇ ਜਿਹੜਾ ਇਮੀਗ੍ਰੇਸ਼ਨ ਹੈ ਇਸ ਨੂੰ ਬੈਟਰ ਸਿਸਟਮ ਕਰਤਾ। ਕੈਨੇਡਾ ਦੀ ਇਮੀਗ੍ਰੇਸ਼ਨ ਪਾਲਿਸੀ ਸ਼ੁਰੂ ਤੋਂ ਹੀ ਬੜੀ ਡਾਇਨਾਮਿਕ ਰਹੀ ਹੈ। ਇਮੀਗ੍ਰੈਂਟ ਇਹਨਾਂ ਨੂੰ ਚਾਹੀਦੇ ਨੇ ਕਿਉਂਕਿ ਇਹਨਾਂ ਦੀ ਪਾਪੂਲੇਸ਼ਨ, ਕੈਨੇਡਾ ਦੀ ਆਪਣੀ ਪਾਪੂਲੇਸ਼ਨ ਗਰੋਥ ਨਹੀਂ ਹੈ। ਬੇਬੀ ਬੂਮਰ ਸੀ ਉਹ ਹੁਣ ਪੈਨਸ਼ਨ ਤੇ ਜਾ ਰਹੇ ਨੇ। ਸੋ ਇਸ ਕਰਕੇ ਇਹਨਾਂ ਨੂੰ ਹਰ ਸਾਲ ਦੇ ਵਿੱਚ ਤਕਰੀਬਨ 4 ਲੱਖ ਤੋਂ 5 ਲੱਖ ਇਮੀਗ੍ਰੈਂਟ ਐਪਲੀਕੈਂਟ ਚਾਹੀਦਾ ਹੈ। ਦੇ ਫਿਊਲ ਦੀ ਇਕਨੋਮੀ ਆਫ ਦੀ ਕੰਟਰੀ। ਉਹ ਆ ਕੇ ਇੱਕ ਜਿਹੜਾ ਇਮੀਗ੍ਰੈਂਟ ਆਉਂਦਾ 4 ਤੋਂ 5 ਲੱਖ ਡਾਲਰ ਖਰਚਦਾ ਹੈ। ਸੋ ਜੇ 4 ਲੱਖ 5 ਲੱਖ ਐਪਲੀਕੈਂਟ ਆ ਰਹੇ ਨੇ, ਇਮੀਗ੍ਰੈਂਟ ਆ ਰਹੇ ਨੇ, ਮਲਟੀਪਲਾਈਡ ਬਾਈ 4 to 5 ਲੱਖ ਡਾਲਰ, ਸੋ ਇਟ ਇਜ਼ ਅ ਬਿਲੀਅਨਸ ਆਫ ਰੈਵਨਿਊ। ਇਸੇ ਲਈ ਕੈਨੇਡਾ ਜਿਹੜਾ ਹੈ ਕੈਸ਼ ਰਿਚ ਕੰਟਰੀ ਹੈ ਔਰ ਸਪੈਂਡ ਕਰਦਾ ਹੈ। ਡਿਊਰਿੰਗ ਪੈਂਡੇਮਿਕ ਜਦੋਂ ਸਾਡੇ ਸਟੂਡੈਂਟ ਨੂੰ ਪ੍ਰੋਬਲਮ ਹੋਈ ਹੈ, ਉਹਨਾਂ ਨੇ ਬੜੀ ਸਟਰੋਂਗਲੀ ਹੈਂਡ ਹੋਲਡਿੰਗ ਕਰੀ ਹੈ। ਉਹਨਾਂ ਸਾਰੇ ਬੱਚਿਆਂ ਨੂੰ ਇਹਨਾਂ ਨੇ ਅਲਾਊਂਸ ਦਿੱਤੇ ਨੇ, ਪਰ ਮੰਥ ਅਲਾਊਂਸ ਲਗਾਏ ਨੇ। ਹੋਰ ਕੋਈ ਕੰਟਰੀ ਇੱਦਾਂ ਦਾ ਨਹੀਂ ਹੈ ਵਰਲਡ ਦੇ ਵਿੱਚ ਜਿਹਨੇ ਬੱਚਿਆਂ ਦੀ ਹੈਂਡ ਹੋਲਡਿੰਗ ਕਰੀ ਹੋਵੇ। ਇਹ ਦਿਸ ਇਜ਼ ਅ ਵੈਰੀ ਐਪਰੀਸ਼ੀਏਬਲ ਪੁਆਇੰਟ ਫॉर ਦੀ ਕੈਨੇਡੀਅਨ ਗਵਰਨਮੈਂਟ। ਸੋ ਸੰਧੂ ਸਾਹਿਬ, ਜਿੱਦਾਂ ਹੁਣ ਅਸੀਂ ਕਹਿੰਦੇ ਹਾਂ ਕਿ ਸਟੂਡੈਂਟਸ ਬਹੁਤ ਆ ਰਹੇ ਨੇ, ਹੁਣ ਅਸੀਂ ਪਿਛਲੇ 5-6 ਸਾਲਾਂ ਦੀ ਗੱਲ ਕਰੀਏ ਤਾਂ ਸਟੂਡੈਂਟਸ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ। ਫੈਮਿਲੀ ਰੀਯੂਨੀਫਿਕੇਸ਼ਨ ਦੀਆਂ ਹੁਣ ਫਾਈਲਾਂ ਜਿਹੜੀਆਂ ਹਾਲ ਹੀ ਦੇ ਵਿੱਚ ਖੋਲ੍ਹੀਆਂ ਗਈਆਂ। ਇੱਕ ਵਾਰੀ ਸਿਸਟਮ ਕ੍ਰੈਸ਼ ਹੋਇਆ ਅਸੀਂ ਦੇਖਿਆ ਆ, ਤਾਂ ਹੁਣ ਇਸ ਵਾਰ ਫਿਰ ਜਿਹੜੀਆਂ ਪਿਛਲੇ ਸਾਲ ਜਿਨ੍ਹਾਂ ਨੇ ਸਬਮਿਟ ਕੀਤੀਆਂ ਸੀ ਐਪਲੀਕੇਸ਼ਨ, ਉਹਨਾਂ ਐਪਲੀਕੇਸ਼ਨਸ ਦੇ ਵਿੱਚੋਂ ਹੀ ਜਿਨ੍ਹਾਂ ਨੂੰ ਦੁਬਾਰਾ ਭੇਜਿਆ ਗਿਆ ਹੈਗਾ ਕਿ ਤੁਸੀਂ ਆਪਣੀਆਂ ਸਬਮਿਟ ਕਰਵਾ ਸਕਦੇ ਆ। ਹੁਣ ਫੈਮਿਲੀ ਰੀਯੂਨੀਫਿਕੇਸ਼ਨ ਵਾਰ-ਵਾਰ ਐਪਲੀਕੇਸ਼ਨ ਤਾਂ ਸਬਮਿਟ ਹੋ ਰਹੀਆਂ ਪਰ ਰਿਜ਼ਲਟ ਨਹੀਂ ਆ ਰਿਹਾ। ਤੁਹਾਨੂੰ ਕੀ ਲੱਗਦਾ ਰਿਜ਼ਲਟ ਇੰਨੀ ਜਲਦੀ ਕਿਉਂ ਨਹੀਂ ਆ ਰਿਹਾ? ਕੀ ਕੋਵਿਡ ਕਾਰਨ ਹੈ? ਤੁਸੀਂ 2 ਪੁਆਇੰਟ ਰੇਜ਼ ਕਰੇ ਨੇ ਆਪਣੇ ਕੁਐਸਚਨ ਦੇ ਵਿੱਚ। ਪਹਿਲਾ ਇਹ ਹੈ ਕਿ ਸਟੂਡੈਂਟ ਜਿਹੜੇ ਨੇ ਉਹਨਾਂ ਨੂੰ ਪ੍ਰਾਇੋਰਟੀ ਦਿੱਤੀ ਹੈ। ਇਹ ਕੈਨੇਡਾ ਦੀ ਜੋ ਇਮੀਗ੍ਰੇਸ਼ਨ ਪਾਲਿਸੀ ਆਈ ਹੈ, ਮੈਂ ਇਹਨੂੰ ਬਹੁਤ ਸਪੋਰਟਿਵ ਹਾਂ, ਇਹਦਾ ਸਪੋਰਟਿਵ ਹਾਂ ਕਿ ਇਹਨਾਂ ਨੇ ਜੋ ਸਟੂਡੈਂਟ ਨੂੰ ਲਿਆਉਣਾ ਜ਼ਿਆਦਾ ਸ਼ੁਰੂ ਕੀਤਾ ਹੈ ਮੈਜੋਰਿਟੀ ਦੇ ਵਿੱਚ, ਕਿਉਂਕਿ ਸਟੂਡੈਂਟ ਯੰਗ ਬਲੱਡ ਹੈ ਔਰ ਉਹ ਅਡਾਪਟੇਬਲ ਨੇ ਟੂ ਦੀ ਨਿਊ ਕਲਚਰ, ਨਿਊ ਸਿਸਟਮ ਐਂਡ ਆਲ ਦੈਟ। ਠੀਕ ਹੈ, ਉਹ ਬੱਚੇ ਆ ਕੇ ਇੱਥੇ ਜਿਹੜੇ ਪੜ੍ਹਦੇ, ਸਾਡੇ ਥਰੂ ਵੀ ਬਹੁਤ ਬੱਚੇ ਆਉਂਦੇ ਨੇ, ਸਟੂਡੈਂਟ ਆਉਂਦੇ ਨੇ, ਤੇ ਉਹ ਆ ਕੇ ਇੱਥੇ ਜਦੋਂ ਪੜ੍ਹਦੇ ਨੇ ਔਰ ਉਹ ਕੈਨੇਡੀਅਨ ਕਲਚਰ ਦੇ ਵਿੱਚ ਬਹੁਤ ਜਲਦੀ ਮਿਕਸਅਪ ਹੋ ਜਾਂਦੇ ਨੇ।
ਬਨਿਸਬਤ ਕਿ ਜਿਹੜਾ ਇੱਕ ਇਮੀਗ੍ਰੈਂਟ ਆਉਂਦਾ ਹੈ 40-45 ਸਾਲ ਦਾ, ਉਹਦੇ ਫਿਕਸਡ ਆਈਡੀਆ ਨੇ, ਰਿਜਿਡ ਆਈਡੀਆਜ਼ ਨੇ, ਉਹਦੀ ਅਡਾਪਟੇਬਿਲਿਟੀ ਜਿੰਨੀ ਏਜ ਜ਼ਿਆਦਾ ਹੋਏਗੀ ਉਨੀ ਘਟਦੀ ਜਾਂਦੀ ਆ। ਤੋ ਇਸ ਕਰਕੇ ਜਿਹੜੇ ਸਟੂਡੈਂਟ ਨੇ they are proving to be the main factor for Canada, they are proving to be an asset, and also remember ਕਿ ਜਿਹੜੇ ਬੱਚੇ ਨੇ ਹੁਣ 25 ਸਾਲ ਤੇ 24-25 ਸਾਲ ਤੇ ਐਜੂਕੇਸ਼ਨ ਕਰਕੇ ਕੰਪਲੀਟ ਕਰ ਲਿਆ ਹੈ, ਉਹਨੇ 50 ਸਾਲ ਅੱਗੇ ਕੈਨੇਡਾ ਨੂੰ ਦੇਣੇ ਹੈ। ਠੀਕ ਹੈ, ਹੁਣ ਕੈਨੇਡਾ ਦੀ ਇਕਨੋਮੀ ਲਈ ਉਹਨੇ ਅੱਗੇ ਕੰਟਰੀਬਿਊਟ ਕਰਨਾ, ਬਨਿਸਬਤ ਇਹ ਕਿ ਇੱਕ 50 ਸਾਲ ਦਾ 45 ਸਾਲ ਦਾ ਬੰਦਾ ਆਇਆ ਹੈ ਉਹ 15 ਤੋਂ 20 ਸਾਲ ਕੰਮ ਕਰੇਗਾ। ਦੂਸਰਾ ਰਿਹਾ ਜਿਹੜਾ ਤੁਸੀਂ ਪੇਰੈਂਟ ਦਾ ਕਿਹਾ, ਉਹ ਫੈਡਰਲ ਸਕਿਲਡ ਵਰਕਰ ਦਾ ਹੈ। ਬਿਕੋਜ਼ ਆਫ ਦੀ ਪੈਂਡੇਮਿਕ ਹਾਈ ਕਮਿਸ਼ਨ ਬੰਦ ਹੋ ਗਏ ਔਰ ਪ੍ਰੋਸੈਸਿੰਗ ਬੰਦ ਹੋ ਗਈ ਹੈ, 2 ਸਾਲ ਦੀ 1.5 ਸਾਲ ਦੀ ਬੰਦ ਪਈ ਹੈਗੀ ਆ। ਹੁਣ ਜਿਹੜੇ ਹਾਈ ਕਮਿਸ਼ਨ ਖੁੱਲ ਗਏ ਨੇ, ਇਮੀਗ੍ਰੇਸ਼ਨ ਜਿਹੜੇ ਡਿਪਾਰਟਮੈਂਟ ਨੇ ਉਹ ਵੀ ਖੁੱਲ ਗਏ ਨੇ, ਤੋਂ ਹੁਣ ਫਾਈਲਾਂ ਪ੍ਰੋਸੈਸ ਹੋਣੀਆਂ ਸ਼ੁਰੂ ਹੋ ਗਈਆਂ ਨੇ। ਜੀ ਸੰਤ ਸਾਹਿਬ, ਜਿੱਦਾਂ ਹੁਣ ਕਿਹਾ ਕਿ ਸਟੂਡੈਂਟਸ ਦੀਆਂ ਫਾਈਲਾਂ ਜਿਹੜੀਆਂ ਨੇ ਲੱਗ ਰਹੀਆਂ ਨੇ, ਪਰ ਹੁਣ ਹਾਲ ਹੀ ਦੇ ਵਿੱਚ ਇਹ ਵੀ ਦੇਖਿਆ ਕਿ ਫਾਈਲਾਂ ਰਿਜੈਕਟ ਵੀ ਹੋ ਰਹੀਆਂ ਨੇ। ਹੁਣ ਰਿਜੈਕਸ਼ਨ ਦਾ ਕਾਰਨ ਕੀ ਹੋ ਸਕਦਾ ਹੈ? ਕਿ ਕੋਵਿਡ ਕਰਕੇ ਉਹਨਾਂ ਨੂੰ ਨਵੇਂ ਡਾਕੂਮੈਂਟ ਲਾਉਣੇ ਪੈਣੇ ਆ? ਹੁਣ ਜਿਹੜੇ ਸਟੂਡੈਂਟ ਉੱਥੇ ਅਜੇ ਵੀ ਵੇਟ ਕਰ ਰਹੇ ਨੇ ਕਿ ਡਿਸੀਜਨ ਆਵੇ, ਕਈ ਫਾਈਲਸ ਦਾ ਅਜੇ ਤੱਕ ਡਿਸੀਜਨ ਨਹੀਂ ਜਾ ਰਿਹਾ, ਕੁਝ ਨਹੀਂ ਪਤਾ ਲੱਗ ਰਿਹਾ ਉਹਨਾਂ ਨੂੰ ਕਿ ਕੀ ਉਹਨਾਂ ਦੀ ਫਾਈਲ ਲੱਗ ਰਹੀ ਹੈ ਜਾਂ ਨਹੀਂ। ਕੁਝ ਨਹੀਂ ਪਤਾ ਲੱਗ ਰਿਹਾ ਹੈ, ਉਹ ਦੇ ਆਰ ਵੈਰੀ ਕਾਈਂਡ ਆਫ ਪ੍ਰੌਮਪਟ ਇਨ ਰਿਪਲਾਈਂਗ ਆਲਸੋ। ਅਸੀਂ ਵੀ ਡੀਲ ਕਰਦੇ ਹਾਂ, ਮੇਰੇ ਕੋਲ ਹਜ਼ਾਰਾਂ ਹੀ ਕੇਸਿਸ ਨੇ ਐਜ਼ ਔਨ ਟੂਡੇ ਇਨ ਮਾਈ ਕਿਟੀ, ਤੇ ਉਹਨਾਂ ਦਾ ਜਿਹੜਾ ਸਟਾਫ ਹੈ ਜੇ ਪੂਰਾ ਫੁੱਲ ਸਟ੍ਰੀਮ ਤੇ ਸਟਾਫ ਨਹੀਂ ਆਇਆ। ਅੰਬੈਸੀ ਦੇ ਵਿੱਚ, ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਵਿੱਚ, ਜਿੱਥੇ ਪ੍ਰੋਗਰਾਮ ਮੈਨੇਜਰ ਆ, 50 ਵੀਜ਼ਾ ਅਫਸਰ ਬੈਠੇ ਨੇ, ਮੇ ਵੀ ਅਜੇ 50% ਹੀ ਉਹਨਾਂ ਦਾ ਆਇਆ, ਤਾਂ ਇਹਨੂੰ ਅਜੇ ਟਾਈਮ ਲੱਗਿਆ ਕੈਚ ਅਪ ਕਰਨ ਲਈ। ਸੋ ਇਸ ਕਰਕੇ ਪੇਸ਼ੈਂਸ ਇਜ਼ ਦੀ ਓਨਲੀ ਵਰਡ। ਅਸੀਂ ਵੀ ਆਪਣੇ ਕਲਾਇੰਟ ਨੂੰ ਦੱਸਦੇ ਹਾਂ, ਫੈਡਰਲ ਸਕਿਲਡ ਵਰਕਰ ਕੈਟਾਗਰੀ ਨੂੰ ਅਜੇ ਉਹਨਾਂ ਨੇ ਚੱਕਿਆ ਹੀ ਨਹੀਂ, ਅਜੇ ਟੱਚ ਨਹੀਂ ਕਰਿਆ। ਅਸੀਂ ਵੀ ਹਾਈ ਕਮਿਸ਼ਨ ਨੂੰ ਲਿਖ ਰਹੇ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਕਿ ਇਹਨਾਂ ਨੂੰ ਵੀ ਹੁਣ ਇਨਵੀਟੇਸ਼ਨ ਆਉਣੇ ਚਾਹੀਦੇ ਨੇ, ਕਿਉਂਕਿ PNP ਦੇ ਵਿੱਚ ਇਨਵੀਟੇਸ਼ਨ ਆ ਰਹੇ ਸਾਡੇ ਕੋਲ ਰੈਗੂਲਰਲੀ। ਬਸ ਫੈਡਰਲ ਸਕਿਲਡ ਵਰਕਰ ਜਿਹੜਾ ਉਹ ਵੇਟਿੰਗ ਇਨ ਦੀ ਵਿੰਗਸ ਹੈ, ਕਾਫੀ ਟਾਈਮ ਹੋ ਗਿਆ। ਉਹ ਸਕੈਪਟੀਕਲ ਨੇ, ਡਰੇ ਹੋਏ ਨੇ ਵੀ ਸਾਡਾ ਨੰਬਰ ਕਿਤੇ ਆਏਗਾ ਵੀ ਜਾਂ ਨਹੀਂ ਆਏਗਾ, ਪਰ ਜ਼ਰੂਰ ਆਏਗਾ। ਆਈ ਅਸ਼ੋਰ ਦੈਮ ਕਿ ਜਲਦੀ ਹੀ ਉਹਦੇ ਤੇ ਸ਼ੁਰੂ ਹੋ ਜਾਏਗਾ। ਮੈਂ ਤੁਹਾਨੂੰ ਸਟੂਡੈਂਟ ਬਾਰੇ ਕਿਹਾ ਸੀ, ਮੈਂ ਇੱਕ ਹੋਰ ਲਾਈਨ ਐਡ ਕਰਨੀ ਚਾਹੁੰਦਾ ਜੀ ਕਿ ਸਟੂਡੈਂਟ ਕੈਟਾਗਰੀ ਦੇ ਸਾਡੇ WWSA ਦੇ ਤੋਂ 2 ਵਰਟੀਕਲ ਨੇ। ਇੱਕ ਤਾਂ ਸਟੂਡੈਂਟ ਉਹ ਨੇ ਕਿ ਉਹਨਾਂ ਨੂੰ ਸਟੈਂਪ ਵੀਜ਼ਾ ਲੱਗਿਆ, ਇੱਕਦਮ ਉਹ ਹਵਾਈ ਜਹਾਜ਼ ਵੱਲ ਨੂੰ ਭੱਜਦੇ ਨੇ, ਸਾਨੂੰ ਹਵਾਈ ਜਹਾਜ਼ ਦਿਖਾਓ ਕਿੱਥੇ ਆ ਜਿਹੜਾ ਕੈਨੇਡਾ ਨੂੰ ਜਾ ਰਿਹਾ। ਸੋ ਉਹ ਇੱਥੇ ਆਉਣਾ, ਫਟਾਫਟ ਆਉਣਾ ਚਾਹੁੰਦੇ ਨੇ ਕਿ ਬਾਅਦ ਦੇ ਵਿੱਚ ਕਿਤੇ ਪੇਰੈਂਟ ਮੁੱਕਰ ਨਾ ਜਾਣ ਵੀ ਇੱਥੇ ਵਿਆਹ ਸ਼ਾਦੀ ਕਰ ਦੋ ਜਾਂ ਉਹ ਇੱਥੇ ਆ ਕੇ ਉਹਨਾਂ ਨੂੰ ਇਨੀਸ਼ੀਅਲ ਸੈਟਲਮੈਂਟ ਕਾਫੀ ਡਿਫਿਕਲਟ ਹੁੰਦੀ ਹੈ। ਆਈ ਐਮ ਰੀਅਲਾਈਜ਼ਿੰਗ ਇਟ ਫॉर ਲਾਸਟ 30 ਈਅਰ ਕਿ ਬੱਚੇ ਆ ਕੇ ਇੱਥੇ ਆ ਕੇ ਅਪਰੂਵਡ ਹੋ ਜਾਂਦੇ ਨੇ, ਫਿਰ ਸੱਜੇ ਖੱਬੇ ਭੱਜਦੇ ਨੇ ਜਾਂ ਹੋਇਆ। ਇੱਕ ਮੇਰਾ ਵਰਟੀਕਲ ਹੈ, ਕੈਨੇਡੀਅਨ ਕਾਲਜ ਖੋਲ੍ਹਿਆ ਮੈਂ, ਇੰਡੀਆ ਦੇ ਵਿੱਚ ਹੈ, ਚੰਡੀਗੜ੍ਹ ਤੋਂ ਤਕਰੀਬਨ 20 ਮਿੰਟ ਦੀ ਡਰਾਈਵ ਤੇ ਫਤਿਹਗੜ੍ਹ ਸਾਹਿਬ 'ਚ। ਉੱਥੇ ਅਸੀਂ ਬੱਚਿਆਂ ਨੂੰ 1 ਸਾਲ ਟ੍ਰੇਨਿੰਗ ਦਿੰਦੇ ਹਾਂ। ਅਸੀਂ ਗਵਰਨਮੈਂਟ ਕਾਲਜ ਯੂਨੀਵਰਸਿਟੀ ਦੇ ਨੇ ਜਿਹੜੀ ਕੈਨੇਡੀਅਨ ਨੇ ਉਹਨਾਂ ਦੇ ਨਾਲ ਸਾਡਾ ਟਾਈ ਅਪ ਹੈ, ਉਹਨਾਂ ਦੇ ਨਾਲ। ਇਹ ਗਵਰਨਮੈਂਟ ਦੇ ਕਾਲਜ ਯੂਨੀਵਰਸਿਟੀ ਨੇ, ਤੇ 500 ਸਟੂਡੈਂਟ ਅਸੀਂ ਐਨਰੋਲ ਕਰੀਦਾ ਹਰ ਸਾਲ। ਉਹਨਾਂ 500 ਨੂੰ ਵੀਜ਼ਾ ਲਵਾ ਕੇ ਉਹ ਇੱਥੇ ਜਿਹੜੇ ਸਾਡੇ ਪਾਰਟਨਰ ਇੰਸਟੀਚਿਊਟ ਨੇ ਇਹਨਾਂ ਦੇ ਵਿੱਚ ਆ ਕੇ ਉਹ ਪੜ੍ਹਦੇ ਨੇ। ਠੀਕ ਹੈ, ਔਰ ਇੱਥੇ ਪੜ੍ਹ ਕੇ ਜਿਹੜਾ ਹੈ ਫਿਰ ਉਹਨਾਂ ਨੂੰ ਵਰਕ ਪਰਮਿਟ ਮਿਲਦਾ। ਇਹ ਸਾਰੇ ਜਿਹੜੇ ਸਾਡੇ ਕਾਲਜ ਨੇ, ਯੂਨੀਵਰਸਿਟੀ ਨੇ, PGWP ਉਹਨਾਂ ਨੂੰ ਮਿਲਦਾ, ਔਰ ਉਹ ਤੋਂ ਬਾਅਦ ਫਿਰ ਉਹ PR ਲੈ ਲੈਂਦੇ ਨੇ। ਦੈਟ ਇਜ਼ ਅ ਵੈਰੀ ਸਕਸੈਸਫੁਲ ਸਟਰੀਮ। ਐਜ਼ ਔਨ ਟੂਡੇ ਅਸੀਂ ਤਕਰੀਬਨ 40,000 35 ਤੋਂ 40,000 ਸਟੂਡੈਂਟ ਆਪਣੇ ਕੈਨੇਡੀਅਨ ਕਾਲਜ ਦੇ ਵਿੱਚ ਇੱਥੇ ਲੈ ਕੇ ਆਂਦਾ। ਮੇਰਾ ਜਿਹੜਾ ਟ੍ਰਿਪ ਹੈ 2 ਸਾਲ ਬਾਅਦ ਆਇਆ, ਬਿਕੋਜ਼ ਆਫ ਪੈਂਡੇਮਿਕ ਆਲਸੋ, ਟਰੈਵਲ ਰਿਸਟ੍ਰਿਕਸ਼ਨ ਸੀ। ਤੇ ਮੈਂ ਹੁਣ ਕਈ ਇੱਥੇ ਕਾਲਜਸ ਨੂੰ, ਯੂਨੀਵਰਸਿਟੀ ਨੂੰ ਵੀ ਮਿਲਿਆ ਡਿਊਰਿੰਗ ਮਾਈ ਦਿਸ ਟ੍ਰਿਪ, ਜਿਹੜੇ ਕਿ ਸਾਡੇ ਨਾਲ ਟਾਈ ਅਪ ਕਰਨਾ ਚਾਹੁੰਦੇ ਨੇ। ਇਹ ਵਰਟੀਕਲ ਬਹੁਤ ਹੀ ਸਕਸੈਸਫੁਲ। ਜਿਹੜੇ ਬੱਚੇ ਡਾਇਰੈਕਟਲੀ ਆਉਂਦੇ ਨੇ, ਮੈਂ ਇਹ ਨਹੀਂ ਕਹਿੰਦਾ ਵੀ ਉਹ ਸਾਰੇ ਫੇਲਰ ਹੁੰਦੇ ਨੇ, ਪਰ ਉਹਦੇ ਵਿੱਚੋਂ 25-30% ਬੱਚੇ ਥੋੜੇ ਗੁੰਮਰਾਹ ਹੋ ਜਾਂਦੇ ਨੇ, ਐਂਡ ਦੇ ਟਰਾਈ ਟੂ ਮੂਵ elsewhere and all। ਥੋੜਾ ਬਹੁਤ ਉਹਨਾਂ ਨੂੰ ਆਈਡੀਆ ਹੋ ਜਾਂਦਾ, ਜਿਹੜੇ ਇੰਡੀਆ ਦੇ ਵਿੱਚ ਹੈਗੇ, ਪੰਜਾਬ ਦੇ ਵਿੱਚ ਹੋ ਜਾਂਦਾ ਹੈ, ਪਰ ਉਹ ਆਈਡੀਆ ਉਹਨਾਂ ਦਾ ਫਰੂਕਟੀਫਾਈ ਨਹੀਂ ਕਰਦਾ। that doesn't lead to full success। ਸੋ ਮੈਂ ਇਹੀ ਐਡਵਾਈਜ਼ ਕਰੂੰਗਾ ਵੀ ਜਿਹੜਾ ਸਾਡਾ ਉਹ ਕਾਲਜ ਆ ਉਹਦਾ ਫਾਇਦਾ ਉਠਾਉਣ, ਉਹਦੇ ਰਾਹੀਂ ਆਉਣ। ਪਰ ਬਾਕੀ ਅਦਰਵਾਈਜ਼ ਜੇ ਡਾਇਰੈਕਟ ਵੀ ਆ ਰਹੇ ਨੇ, ਜੇ ਪ੍ਰੋਪਰ ਉਹਨਾਂ ਦੀ ਜਿਹੜੀ ਆ ਉੱਥੋਂ ਕੰਡੀਸ਼ਨਿੰਗ ਹੋ ਕੇ ਭੇਜੇ ਜਾਣ ਕੈਨੇਡਾ ਬਾਰੇ। ਬਟ ਕੈਨੇਡਾ ਬਟ ਇਹ ਡੂਜ਼ ਐਂਡ ਡੋਂਟਸ ਜਿਹੜੇ ਅਸੀਂ ਕਰਦੇ ਹਾਂ,
ਤਾਂ ਕਿ ਉਹ ਇੱਥੇ ਆ ਕੇ ਬਹੁਤ ਸਾਰੇ ਸਕਸੈਸਫੁਲ ਲੋਕ ਚਾਹੁੰਦੇ ਰਹਿਣ। ਨੇ, ਬਹੁਤ ਸਾਰੇ ਲੋਕ ਚਾਹੁੰਦੇ ਨੇ ਕਿ ਇਦਾਂ ਹੋਣਾ ਚਾਹੀਦਾ ਹੈ ਕਿ ਇੱਦਾਂ ਇੰਡੀਆ ਹੋਣਾ। ਤੋਂ ਥੋੜੀ ਬਹੁਤ ਟ੍ਰੇਨਿੰਗ ਜਾਂ ਥੋੜਾ ਬਹੁਤ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਫੋਕਸ ਕਿੱਥੇ ਹੋਣਾ ਹੁਣ ਚਾਹੀਦਾ। ਮੈਂ ਅਰਸ਼ਦੀਪ ਜੀ, ਮੈਂ ਕਈ EMPLOYER ਨੂੰ ਮਿਲਿਆ। ਮੈਨੂੰ 30 ਸਤੰਬਰ ਨੂੰ ਮੈਂ ਆਇਆ ਸੀ, ਮੈਨੂੰ 22 ਡੇਜ਼ ਹੋ ਗਏ। ਮੈਂ ਟੋਰਾਂਟੋ ਵੀ ਜਾ ਕੇ ਆਇਆ, ਉੱਥੇ ਮੇਰਾ ਆਫਿਸ ਹੈ ਬਹੁਤ ਬੜਾ। ਤੇ ਪੈਂਡੇਮਿਕ ਕਰਕੇ ਜਿਹੜਾ ਹੈ ਸਕਿਲਡ ਵਰਕਰ ਦੀ ਬਹੁਤ ਸ਼ਾਰਟੇਜ ਹੋ ਗਈ ਕੈਨੇਡਾ ਦੇ ਵਿੱਚ, ਸਪੈਸ਼ਲੀ ਹੈਲਥ ਰਿਲੇਟਡ ਪ੍ਰੋਫੈਸ਼ਨ ਦੇ ਵਿੱਚ ਹੈ, IT ਦੇ ਵਿੱਚ ਹੋਰ ਹੈ। ਬਹੁਤ EMPLOYER ਨੇ ਮੈਨੂੰ ਮਿਲੇ ਨੇ ਇੱਥੇ ਇਨ ਲਾਸਟ 20 ਡੇਜ਼, ਕੈਨੇਡਾ ਦੇ ਵਿੱਚ ਵੀ, ਸਰੀ ਦੇ ਵੀ ਮਿਲੇ ਨੇ। ਔਰ ਉਹਨਾਂ ਦੀ ਜਿਹੜੀ ਕੰਪਨੀ ਦੇ ਆਲਮੋਸਟ ਬਲੀਡਿੰਗ, ਕਿਉਂਕਿ ਮੈਨ ਪਾਵਰ ਨਹੀਂ ਹੈ ਪੂਰੀ, ਕੰਪਨੀ ਕੈਪਸਾਈਜ਼ ਹੋ ਗਈਆਂ ਨੇ। ਸੋ ਮੈਂ ਉਹਨਾਂ ਨੇ ਆਖਿਆ ਜੀ ਸਾਨੂੰ ਮੈਨ ਪਾਵਰ ਲਿਆ ਕੇ ਦਿਓ, ਸਾਨੂੰ ਟ੍ਰੇਨਡ ਮੈਨ ਪਾਵਰ, ਸਕਿਲਡ ਮੈਨ ਪਾਵਰ ਜਿਹੜੀ ਦੀ ਸਾਨੂੰ ਜ਼ਰੂਰਤ ਹੈਗੀ ਹੈ। ਔਰ ਹੈਵੀ ਡਿਊਟੀ ਟਰੱਕ ਡਰਾਈਵਰਸ ਨੇ, ਜਾਂ ਜਿਹੜੇ ਹੈਗੇ ਨੇ ਹੈਵੀ ਡੀਜ਼ਲ ਮਕੈਨਿਕ ਨੇ ਜਾਂ ਹੋਰ ਨੇ। ਸੋ ਉਹਨਾਂ ਦੀ ਅਸੀਂ ਡਿਮਾਂਡ ਪੂਰੀ ਕਰ ਰਹੇ ਹਾਂ। ਜਿੰਨੇ ਵੀ ਹੁਣ ਸੁਣ ਰਹੇ ਆਡੀਅנס ਸੁਣ ਰਹੀ ਹੈ, ਜੇ ਤੁਹਾਡੇ ਚੋਂ ਕੋਈ EMPLOYER ਵੀ ਸੁਣ ਰਹੇ ਨੇ, ਮੈਂ ਜੇ ਹੈਗਾ ਇੱਥੇ ਇੱਕ ਹਫ਼ਤਾ, ਤੁਸੀਂ ਮੈਨੂੰ ਆ ਕੇ ਮਿਲ ਸਕਦੇ ਹੋ, ਆਪਣੀ ਡਿਮਾਂਡ ਦੇ ਸਕਦੇ ਹੋ। ਜਿਹੜੇ ਵੀ ਤੁਹਾਨੂੰ ਕੰਟਰੀ ਤੋਂ ਮੈਨ ਪਾਵਰ ਚਾਹੀਦੀ ਹੈ, ਯੂ ਫੀਲ ਕੰਫਰਟੇਬਲ ਵਿਦ ਦੈਟ ਕੰਟਰੀ, ਵੀ ਉਹ ਕੰਟਰੀ ਦੀ ਮੈਨ ਪਾਵਰ ਵਧੀਆ ਹੈ, ਔਰ ਉੱਥੋਂ ਅਸੀਂ ਤੁਹਾਨੂੰ ਪ੍ਰਾਇਓਰਟੀ ਤੇ ਵਰਕ ਪਰਮਿਟ ਤੇ ਉਹਨਾਂ ਨੂੰ ਇੱਥੇ ਲਿਆ ਕੇ ਤੁਹਾਡੀ ਡਿਮਾਂਡ ਜਿਹੜੀ ਆ ਪੂਰੀ ਕਰਾਂਗੇ। ਔਰ ਮੈਨੂੰ ਮਿਲੇ ਵੀ ਨੇ, ਅਸੀਂ ਉਹਨਾਂ ਦੀਆਂ ਫਾਈਲਾਂ ਲਗਾ ਵੀ ਦਿੱਤੀਆਂ ਨੇ, ਜਿਹੜੇ ਮੈਨੂੰ ਪਿਛਲੇ 15-20 ਦਿਨ ਦੇ ਵਿੱਚ ਮਿਲੇ ਨੇ। ਇਸ ਤਰ੍ਹਾਂ ਮੈਂ ਟੋਰਾਂਟੋ ਦੇ ਵਿੱਚ ਵੀ EMPLOYERS ਨੂੰ ਇਹੀ ਐਡਵਾਈਜ਼ ਕਰਕੇ ਆਇਆ ਕਿ ਤੁਸੀਂ WWICS ਕੋਲ ਆਓ, ਔਰ ਅਸੀਂ ਤੁਹਾਨੂੰ ਜਿਹੜਾ ਹੈ ਤੁਹਾਡੀ ਮੈਨ ਪਾਵਰ ਸਕਿਲਡ ਲੇਬਰ ਹੈ ਘੱਟ ਹੈ, ਉਹ ਅਸੀਂ ਪੂਰੀ ਕਰਨ ਦੇ ਵਚਨਬੱਧ ਹਾਂ। ਬਿਲਕੁਲ, ਕਿਉਂਕਿ ਇਸ ਟਾਈਮ ਦੇ ਉੱਤੇ, ਜਿਸ ਟਾਈਮ ਦੇ ਉੱਤੇ ਹੁਣ ਅਸੀਂ ਬੈਠੇ ਹਾਂ, ਇੱਕ ਬਹੁਤ ਸ਼ਾਰਟੇਜ ਜਿਹੜੀ ਚੱਲ ਰਹੀ ਹੈ, ਤੇ ਸਾਰਿਆਂ ਨੂੰ ਜਿਹੜੇ ਕੰਮੇ ਚਾਹੀਦੇ ਨੇ ਤੇ ਕੰਮਿਆਂ ਦੇ ਲਈ ਰਿਕੁਆਇਰਮੈਂਟਸ ਜਿਹੜੀਆਂ ਨੇ ਉਹ ਸਾਰੀਆਂ ਤੁਸੀਂ ਕੰਪਲੀਟ ਕਰਕੇ ਦਿਓਗੇ। ਸੋ WWICS ਦੀ ਜਦੋਂ ਗੱਲ ਕਰਦੇ ਹਾਂ, ਹੁਣ ਸਾਰਿਆਂ ਦੇ ਦਿਮਾਗ ਦੇ ਵਿੱਚ ਇਹੀ ਕੁਐਸਚਨ ਹੈ, ਰਿਫਿਊਜ਼ਲਸ ਨੂੰ ਕਿਵੇਂ ਹੈਂਡਲ ਕੀਤਾ ਜਾਂਦਾ? ਦੇਖੋ, ਰਿਫਿਊਜ਼ਲ ਹੁੰਦੀਆਂ ਰਹਿੰਦੀਆਂ ਨੇ, ਉਹਦੇ ਕਈ ਰੀਜ਼ਨ ਹੁੰਦੇ ਨੇ। ਠੀਕ ਹੈ, ਤੁਸੀਂ ਇਨਫੋਰਮੇਸ਼ਨ ਇਨਕਰੈਕਟ ਦਿੱਤੀ ਹੈ, ਸ਼ਾਰਟੇਜ ਆਫ ਇਨਫੋਰਮੇਸ਼ਨ ਹੈ, ਫਾਲਸ ਇਨਫੋਰਮੇਸ਼ਨ ਹੈ। ਠੀਕ ਹੈ, ਤੋ ਜਿਹੜੇ ਸਾਡੇ ਥਰੂ ਨੇ, ਸਾਡਾ ਜੇ ਸਕਸੈਸ ਰੇਟ ਆਲਮੋਸਟ 99% ਹੈ। ਜੇ ਕੋਈ ਸਾਡੇ ਬਹੁਤ ਮਿਨੀਮਮ ਜਿਹੜੀ ਪਰਸੈਂਟ ਹੈ ਕੋਈ ਰਿਜੈਕਟ ਹੁੰਦਾ ਵੀ ਹੈ, ਤਾਂ ਅਸੀਂ ਉਹਦੀ ਅਪੀਲ ਪਾ ਕੇ ਉਹਨੂੰ ਵੀ ਅਸੀਂ ਠੀਕ ਕਰ ਲਈਦਾ। ਅੱਛਾ, ਜੇ ਕਿਸੇ ਦੀ ਰਿਫਿਊਜ਼ਲ ਆਈ ਹੋਈ ਹੈ ਤੇ ਪਰ ਉਹ ਤੁਹਾਨੂੰ ਕੰਟੈਕਟ ਕਰਨਾ ਚਾਹੁੰਦੇ ਤਾਂ ਵੀ ਕਰ ਸਕਦੇ? ਹਾਂ, ਕਰ ਸਕਦੇ ਨੇ। ਅਸੀਂ ਕੋਈ ਵੀ ਕੰਪਲਿਕੇਟਡ ਕੇਸ ਹੋਵੇ, ਅਸੀਂ ਉਹਨੂੰ ਸੋਲਵ ਕਰਦਾ, ਕੋਈ ਐਸੀ ਪ੍ਰੋਬਲਮ ਨਹੀਂ। ਬਹੁਤ ਲੋਕ ਆਉਂਦੇ ਵੀ ਨੇ ਸਾਡੇ ਇੱਥੇ ਕੈਨੇਡਾ ਆਫਿਸ। ਅਸੀਂ ਹੁਣ ਸਰੀ ਦੇ ਵਿੱਚ ਆਫਿਸ ਖੋਲ੍ਹਤਾ ਹੈ। ਠੀਕ ਹੈ, ਔਰ ਟੋਰਾਂਟੋ ਦਾ ਆਫਿਸ ਤਾਂ ਮੇਰਾ 28 ਸਾਲ ਪੁਰਾਣਾ ਹੈ। ਤੋ ਇਹ ਲੋਕਾਂ ਨੂੰ ਬੜੀ ਅੱਛੀ ਜਿਹੜਾ ਸੁਣ ਰਹੇ ਨੇ, ਉਹਨਾਂ ਨੂੰ ਬਹੁਤ ਅੱਛੀ ਫੈਸਿਲਿਟੀ ਹੋ ਗਈ ਹੈ ਕਿ ਤੁਹਾਡੇ ਡੋਰ ਸਟੈਪ ਤੇ ਆ ਗਏ ਹੈਗੀਆਂ, ਤੁਸੀਂ ਸਾਡੀ ਸਰਵਿਸਿਜ਼ ਲਓ ਇੱਥੋਂ। ਔਰ ਪਿਛਲੇ ਜਿਹੜਾ ਮੈਂ ਤੁਹਾਨੂੰ ਕਿਹਾ, ਕੈਨੇਡਾ ਦੇ ਵਿੱਚ ਤਕਰੀਬਨ 4 ਲੱਖ ਬੰਦਾ ਸਾਡੇ ਥਰੂ 5 ਲੱਖ ਆਇਆ ਹੈ। ਉਹਦੇ ਵਿੱਚੋਂ 1 ਲੱਖ ਤਾਂ ਜਿਹੜਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੀ ਸੈਟਲ ਹੈ। 27 ਤਰੀਕ ਦਾ 3 ਵਜੇ ਅਸੀਂ ਸਾਰੇ ਜਿੰਨੇ ਵਿਕਸ ਦੇ ਕਲਾਇੰਟ ਆਏ ਨੇ, ਉਹਨਾਂ ਲਈ ਅਸੀਂ ਮੀਟ ਐਂਡ ਗ੍ਰੀਟ ਇਵੈਂਟ ਰੱਖੀ ਹੈ ਜੀ। ਉਹਨਾਂ ਨੂੰ ਅਸੀਂ ਚਾਹ ਤੇ ਬੁਲਾਇਆ, ਹਾਈ ਟੀ ਤੇ, ਔਰ ਮੈਂ ਵੀ ਮਿਲਣਾ ਚਾਹੁੰਦਾ ਉਹਨਾਂ ਨੂੰ, ਆ ਕੇ ਉਹਨਾਂ ਦੇ ਨਾਲ ਦੁਬਾਰਾ ਫਿਰ ਰਾਬਤਾ ਕਾਇਮ, ਉਹਨਾਂ ਤੋਂ ਪੁੱਛੀਏ ਕੋਈ ਕਿਵੇਂ ਉਹ ਸੈਟਲ ਨੇ। ਬਹੁਤਾ ਮੈਨੂੰ ਮਿਲ ਵੀ ਲਏ ਨੇ ਆਲਰੇਡੀ, ਜਿਹੜੇ ਕਿ ਬਹੁਤ ਹੀ ਅੱਛਾ ਕਰ ਰਹੇ ਨੇ। ਕਈਆਂ ਨੇ ਹਸਪੀਟਲ ਖੋਲ੍ਹੇ ਹੋਏ ਨੇ, ਕਈ ਸਕੂਲ ਖੋਲ੍ਹੇ ਹੋਏ ਨੇ ਇੱਥੇ। ਸੋ ਸੰਧੂ ਸਾਹਿਬ, ਜਿੱਦਾਂ ਮੀਟ ਐਂਡ ਗ੍ਰੀਟ ਦੀ ਤੁਸੀਂ ਗੱਲ ਕੀਤੀ ਹੈ, ਸਿਰਫ ਤੇ ਸਿਰਫ ਤੁਹਾਡੇ ਕਲਾਇੰਟ ਤੁਹਾਡੇ ਨਾਲ ਮੀਟ ਐਂਡ ਗ੍ਰੀਟ ਕਰ ਸਕਦੇ ਆ, ਜਿਹੜਾ ਕਿ ਬੁੱਧਵਾਰ ਦਾ ਦਿਨ ਬਣਦਾ, 27 ਤਰੀਕ ਬਣਦੀ ਹੈ, ਤੇ ਨਿਊਟਨ ਦੇ ਵਿੱਚ ਏਰੀਆ ਹੈਗਾ, ਤੇ 37-137 ਸਟਰੀਟ ਨਿਊਟਨ ਦੇ ਉੱਤੇ ਮੀਟ ਐਂਡ ਗ੍ਰੀਟ ਕੀਤੀ ਜਾ ਸਕਦੀ ਹੈ। ਪਰ ਮੀਟ ਐਂਡ ਗ੍ਰੀਟ ਤਾਂ ਤੁਹਾਡੇ ਕਲਾਇੰਟ ਕਰ ਰਹੇ ਆ, ਪਰ ਜਿਹੜੇ ਕਲਾਇੰਟ ਨਹੀਂ ਹੈਗੇ ਪਰ ਤੁਹਾਡੀਆਂ ਸਰਵਿਸਿਜ਼ ਲੈਣਾ ਚਾਹੁੰਦੇ ਆ, ਕਿਵੇਂ ਤੁਹਾਨੂੰ ਕੰਟੈਕਟ ਕੀਤਾ ਜਾ ਸਕਦਾ? ਉਹ ਤਾਂ ਜਦੋਂ ਮਰਜ਼ੀ ਆ ਸਕਦੇ ਨੇ। ਸਾਡਾ ਆਫਿਸ ਜਿਹੜਾ ਹੈ ਸਰੀ ਦਾ ਹੈ, ਸਵੇਰ 6 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਖੁੱਲ੍ਹਾ ਹੈ। ਇਹ BM ਨੇ ਆਪਣੇ ਫੈਸਲਾ ਲਿਆ ਕਿ ਬ੍ਰਾਂਚ ਨਵੀਂ ਹੈ, ਔਰ ਲੋਕ ਕੋਈ ਕੰਮ ਤੇ ਜਾਂਦੇ ਨੇ, ਔਰ ਕੰਮ ਤੇ ਜਾਣ ਤੋਂ ਪਹਿਲਾਂ ਉਹ ਡ੍ਰੌਪ ਇਨ ਕਰ ਸਕਦੇ ਨੇ, ਡਿਸਕਸ ਕਰ ਸਕਦੇ। ਆਉਂਦੇ ਵੀ ਨੇ ਬਹੁਤ ਲੋਕ ਜਿਹੜੇ ਕਿ ਮਿਲ ਕੇ ਜਾਂਦੇ ਨੇ। ਤੇ ਸ਼ਾਮ ਨੂੰ ਜਦੋਂ 5 ਵਜੇ ਖਤਮ ਹੁੰਦਾ, ਫਿਰ ਵੀ ਆਫਿਸ ਖੁੱਲ੍ਹਾ ਹੈ ਜੀ, ਘੰਟਾ ਇੱਕ ਹੈ। ਇਸ ਤੋਂ ਇਲਾਵਾ ਜੇ ਕੋਈ ਮੈਨੂੰ ਮਿਲਣਾ ਚਾਹੁੰਦਾ ਹੈ ਤਾਂ ਟੈਲੀਫੋਨ ਕਰਕੇ ਅਪਾਇੰਟਮੈਂਟ ਲੈ ਕੇ ਆ ਸਕਦਾ ਹੈ। ਸੋ ਇਹ ਸਪੈਸ਼ਲ ਇਵੈਂਟ ਅਸੀਂ ਆਪਣੇ ਕਲਾਇੰਟ ਲਈ ਰੱਖੀ ਹੈ। ਕਲਾਇੰਟ ਨੂੰ ਅਸੀਂ ਪੈਂਪਰ ਕਰਦੇ ਰਹੇ ਨੇ, ਉਹਨੂੰ ਮਿਲਦੇ ਰਹੀਦਾ, ਕਿਉਂਕਿ ਸਰੀ ਦੇ ਵਿੱਚ ਸਾਡਾ ਵੈਨਕੂਵਰ ਦੇ ਵਿੱਚ ਡਿਸਕਨੈਕਟ ਰਿਹਾ ਕਈ ਸਾਲਾਂ ਦਾ। ਕੈਨੇਡਾ ਦਾ ਟੋਰਾਂਟੋ ਦੇ ਵਿੱਚ ਤਾਂ ਸਾਡਾ ਉਹਨਾਂ ਨਾਲ ਬਹੁਤ ਅੱਛਾ ਸਾਡਾ ਕਲੱਬ ਵੀ ਹੈ। ਸੋ ਇਹਨੂੰ ਸਰੀ ਆਫਿਸ ਨੂੰ ਅਸੀਂ ਹੁਣ ਸਟਰੈਂਥਨ ਕਰਨਾ, ਇਹਨੂੰ ਕੰਸੋਲੀਡੇਟ ਕਰਨਾ।
ਏਮ ਆਫ ਮਾਈ ਵਿਜ਼ਿਟ ਇਜ਼ ਦੈਟ ਓਨਲੀ ਕਿ ਮੈਂ ਮੇਨਲੀ ਇਸ ਪਰਪਸ ਦੇ ਨਾਲ ਆਇਆ ਕਿ Very ਮੈਂ nice. ਸਰੀ ਆਫਿਸ ਨੂੰ ਬਹੁਤ ਉੱਚੀਆਂ ਬੁਲੰਦੀਆਂ ਤੇ ਲੈ ਕੇ ਜਾਣਾ ਹੈ। Very nice. ਜਿਸ ਤਰ੍ਹਾਂ ਉੱਥੇ ਦਾ ਆਫਿਸ ਹੈ ਟੋਰਾਂਟੋ ਦਾ, ਮੈਂ ਇੱਕ ਇੱਥੇ ਦਰਪਣ ਇਵੈਂਟ ਹੁੰਦੀ ਆ, ਉੱਥੇ ਵੀ ਮੈਨੂੰ ਇਨਵਾਈਟ ਕੀਤਾ ਸੀ। ਉੱਥੇ ਵੀ ਤੁਸੀਂ ਜਾਂਦੇ ਰਹਿੰਦੇ ਹੋਗੇ, ਉਹਦੇ 'ਚ ਬਹੁਤ ਅੱਛੀ ਕਲਿਟਰਿੰਗ ਫੰਕਸ਼ਨ ਜੀ, ਸੀ, ਬਿਲਕੁਲ। ਬੜਾ ਅੱਛਾ ਲੱਗਿਆ ਜਾ ਕੇ। ਉੱਥੇ ਵੀ ਮੇਰੇ ਕਲਾਇੰਟ ਆਏ ਸੀ, ਉਹਦੇ ਮਿਲੇ ਨੇ ਮੈਨੂੰ। ਕਈਆਂ ਨੂੰ ਤਾਂ ਇਟ ਵਾਸ ਅ ਬਿਗ ਪਲੇਜ਼ੈਂਟ ਸਰਪ੍ਰਾਈਜ਼ ਕਿ ਕਰਨਲ ਸੰਧੂ ਇੱਥੇ ਆ ਗਏ ਨੇ। ਜੀ, ਵੈਰੀ ਨਾਈਸ। ਕਿਉਂਕਿ ਜਦੋਂ ਸਰਵਿਸਿਜ਼ ਵਧੀਆ ਮਿਲਦੀਆਂ ਹੋਣ ਨਾ ਤਾਂ ਹਰ ਕੋਈ ਤੁਹਾਨੂੰ ਯਾਦ ਰੱਖਦਾ, ਐਡਮਾਇਰ ਕਰਦਾ ਹੈ। ਪਰ ਹੁਣ ਸੰਧੂ ਸਾਹਿਬ ਮੈਨੂੰ ਇਹ ਵੀ ਦੱਸੋ ਕਿ ਕੋਵਿਡ ਦਾ ਕਿੰਨਾ ਕੁ ਅਸਰ ਪਿਆ ਇਮੀਗ੍ਰੇਸ਼ਨ ਦੇ ਉੱਤੇ, ਖਾਸ ਕਰਕੇ ਤੁਹਾਡੀ ਕੋਵਿਡ ਦਾ ਅਰਸ਼ਦੀਪ ਜੀ ਬਹੁਤ ਐਡਵਰਸ ਇਫੈਕਟ ਪਿਆ, ਖਾਸ ਕਰਕੇ ਕੈਨੇਡਾ ਦੀ ਇਮੀਗ੍ਰੇਸ਼ਨ ਤੇ। ਲਾਸਟ ਈਅਰ ਸਿਰਫ 38,000 ਇਮੀਗ੍ਰੈਂਟ ਹੀ ਆਏ ਨੇ, ਅਗੇਨ ਦੀ ਇਨਟੇਕ ਆਫ 500,000। ਸੋ ਇਹਨੂੰ ਕੈਨੇਡਾ ਨੂੰ ਕਿੰਨਾ ਲਾਸ ਹੋਇਆ ਇਨ ਟਰਮਸ ਆਫ ਇਕਨੋਮਿਕ ਇਮੀਗ੍ਰੈਂਟ। ਇਸੇ ਲਈ ਤੇ ਜਿਹੜੇ EMPLOYERS ਨੇ ਉਹ ਦੇ ਆਰ ਕਰਾਈਂਗ ਫॉर ਦੀ ਮੈਨ ਪਾਵਰ। ਇਸੇ ਲਈ ਮੈਂ ਸਪੈਸ਼ਲ ਟੀਵੀ ਤੁਹਾਡੇ ਤੇ ਆਇਆ ਸਾਰਿਆਂ ਨੂੰ ਰਿਕੁਐਸਟ ਕਰਨ, ਐਡਵਾਈਜ਼ ਕਰਨ ਕਿ ਵੀ ਆਰ ਦੇਅਰ ਟੂ ਸਪੋਰਟ ਯੂ, ਵੀ ਆਰ ਦੇਅਰ ਟੂ ਹੋਲਡ ਯੂਰ ਹੈਂਡ। ਤੁਸੀਂ ਸਾਡੇ ਕੋਲ ਆਓ ਔਰ ਅਸੀਂ ਤੁਹਾਡੀ ਜੋ ਹੈ ਹਰ ਪੱਖੋਂ ਅਸੀਂ ਤੁਹਾਡੀ ਮਦਦ ਕਰਾਂਗੇ ਟੂ ਬ੍ਰਿੰਗ ਦੀ ਮੈਨ ਪਾਵਰ, ਰਿਕੁਆਇਰਡ ਮੈਨ ਪਾਵਰ ਇਨ ਦੀ ਰਿਕੁਆਇਰਡ ਜਿਹੜਾ ਤੁਹਾਡਾ ਉਹਦੇ ਚ ਟ੍ਰੇਡ ਦੇ ਵਿੱਚ ਹੈ। ਸੋ ਯੂ ਮਸਟ ਟਰਸਟ ਅਸ, ਲੀਵ ਇਟ ਟੂ ਅਸ। We are the expert, we are the pioneer, is a world, this thing, multinational company. So one doesn't have to be apprehensive about that. ਬਿਲਕੁਲ, ਚਾਹੇ ਉਹ ਇਨ ਕੈਨੇਡਾ ਦੇ ਵਿੱਚ ਫਾਈਲ ਦੀ ਗੱਲ ਹੈ ਤੇ ਚਾਹੇ ਆਊਟਸਾਈਡ ਕੈਨੇਡਾ ਦੀ ਗੱਲ ਹੈ, ਹਰ ਤਰ੍ਹਾਂ ਦੀਆਂ ਸਰਵਿਸਿਜ਼ ਤੁਹਾਡੇ ਦੁਆਰਾ ਦਿੱਤੀਆਂ ਜਾਂਦੀਆਂ ਨੇ। ਜੇ ਕੋਈ ਵੀ ਤਰ੍ਹਾਂ ਦੀ ਸਰਵਿਸ ਚਾਹੀਦੀ ਹੈ ਤਾਂ ਤੁਹਾਡੇ ਨਾਲ ਕੰਟੈਕਟ ਕੀਤਾ ਜਾ ਸਕਦਾ ਹੈ। ਕੀ ਮੈਸੇਜ ਦੇਣਾ ਚਾਹੋਗੇ ਆਡੀਅנס ਨੂੰ? ਮੈਂ ਜਾਣ ਤੋਂ ਪਹਿਲਾਂ ਇੱਕ ਰੈਪ ਅਪ ਕਰਨਾ ਚਾਹੁੰਦਾ ਕਿ ਇੱਕ ਅਸੀਂ USCV5 ਪ੍ਰੋਗਰਾਮ ਵੀ ਕਰਦੇ ਹਾਂ, ਗ੍ਰੀਨ ਕਾਰਡ ਆਫ USA। ਓ ਨਾਈਸ। ਕਈ ਇੱਥੋਂ ਕੈਨੇਡਾ ਦੇ ਵਿੱਚੋਂ ਵੀ ਜਿਹੜੇ US ਦੇ ਵਿੱਚ ਸੈਟਲ ਹੋਣਾ ਚਾਹੁੰਦੇ ਨੇ, ਕਿਉਂਕਿ ਉੱਥੇ ਰਿਸ਼ਤੇਦਾਰ ਹੁੰਦੇ ਨੇ ਬਹੁਤਿਆਂ ਦੇ, ਉਹ ਜਾ ਕੇ ਯੂਨੀਫਿਕੇਸ਼ਨ ਆਫ ਫੈਮਿਲੀ ਕਰਨਾ ਚਾਹੁੰਦੇ ਹੈ। ਤਾਂ ਸਾਡੇ ਕੋਲ ਗ੍ਰੀਨ ਕਾਰਡ ਹੈ, ਉਹ ਤੋਂ ਤੁਸੀਂ $500,000 ਇਨਵੈਸਟ ਕਰਨਾ। ਉਹਨਾਂ ਦੇ ਜਿਹੜੇ ਪ੍ਰੋਗਰਾਮ ਨੇ ਗਵਰਨਮੈਂਟ ਆਫ USA ਦੇ, ਔਰ ਤੁਹਾਨੂੰ ਫੈਮਿਲੀ ਨੂੰ ਗ੍ਰੀਨ ਕਾਰਡ ਵਿਦਿਨ 1 year 15 ਮੰਥ ਦੇ ਵਿੱਚ ਮਿਲ ਜਾਂਦੀ। ਬਹੁਤ ਕਲਾਇੰਟ ਮੇਰੇ ਕੋਲ ਆਏ ਵੀ ਨੇ, ਇੰਡੀਆ ਤੋਂ ਵੀ ਆਏ ਨੇ, ਮਿਡਲ ਈਸਟ ਕੰਟਰੀ ਚੋਂ ਵੀ ਆਏ ਨੇ। ਸੋ ਇਹ ਵੀ ਇੱਕ ਬੜਾ ਡਾਇਨਾਮਿਕ ਪ੍ਰੋਗਰਾਮ ਹੈ। ਜਿਨ੍ਹਾਂ ਨੇ ਆਪਣਾ US ਮੂਵ ਹੋਣਾ ਹੈ, ਬਾਰਡਰ ਕ੍ਰਾਸ ਜਾਣਾ ਹੈ, ਤਾਂ ਦੇ ਕੈਨ ਆਲਸੋ ਡੂ ਦੈਟ। ਮੈਂ ਕਰਨਲ ਸੰਧੂ ਤੁਹਾਡੇ ਨਾਲ ਗੱਲ ਹੋਈ ਤੇ ਤੁਹਾਡੇ ਬਾਰੇ ਜਾਣਿਆ, ਕੰਪਨੀ ਦੇ ਬਾਰੇ ਜਾਣਿਆ, ਬਹੁਤ ਵਧੀਆ ਲੱਗਿਆ। ਹੁਣ ਚਾਹੁੰਦੇ ਆ ਕਿ ਤੁਹਾਡੇ ਤੱਕ ਕਲਾਇੰਟ ਵੀ ਆਉਣ ਤੇ ਤੁਹਾਡਾ ਮੀਟ ਐਂਡ ਗ੍ਰੀਟ ਵੀ ਸਕਸੈਸਫੁਲ ਹੋਵੇ ਤੇ ਤੁਹਾਡਾ ਜਿਹੜਾ ਇਹ ਕਹਿ ਸਕਦੇ ਆ ਟ੍ਰਿਪ ਹੈਗਾ ਇਹ ਵੀ ਸਕਸੈਸਫੁਲ ਹੋਵੇ ਤੇ ਦੁਬਾਰਾ ਵੀ ਤੁਸੀਂ ਇੱਥੇ ਆਉਂਦੇ ਰਹੋ। ਕੱਲ ਦੇ ਭੇਜ ਰਹੇ ਆ, 50 ਨੇ ਤਾਂ ਆਲਰੇਡੀ ਕਨਫਰਮ ਕਰਤਾ ਜੀ ਅਸੀਂ 3 ਵਜੇ ਪੂਰੇ ਤੁਹਾਡੇ ਡੋਰ ਤੇ ਆਉਣਾ ਹੈ। ਉਹਨਾਂ ਦੀ ਕਲਾਇੰਟ ਦੀ ਸਾਨੂੰ ਕੋਈ ਪ੍ਰੋਬਲਮ ਨਹੀਂ, ਸਾਡਾ ਕਲਾਇੰਟ ਨਾਲ ਬਹੁਤ ਪਿਆਰ ਹੈ, ਉਹਨਾਂ ਦਾ ਸਾਡੇ ਨਾਲ ਪਿਆਰ ਹੈਗਾ। ਸੋ ਇਸ ਕਰਕੇ ਉਹਨਾਂ ਨੇ ਤਾਂ ਖਿੱਚੇ ਆਉਣਾ ਸਾਡੇ ਵੱਲ। ਬਿਲਕੁਲ। ਥੈਂਕ ਯੂ ਵਨਸ ਅਗੇਨ ਐਂਡ ਵੈਲਕਮ ਵਨਸ ਅਗੇਨ। ਥੈਂਕ ਯੂ ਅਰਸ਼ਦੀਪ, ਥੈਂਕ ਯੂ। ਸੋ ਕਰਨਲ ਸੰਧੂ ਇੱਥੇ ਪਹੁੰਚੇ ਹੋਏ ਨੇ। ਜੇ ਤੁਸੀਂ ਉਹਨਾਂ ਦੇ ਨਾਲ ਗੱਲ ਕਰਨੀ ਚਾਹੁੰਦੇ ਆ, ਉਹਨਾਂ ਦੇ ਨਾਲ ਕੋਈ ਅਪਾਇੰਟਮੈਂਟ ਬਣਾਉਣੀ ਚਾਹੁੰਦੇ ਆ, ਕਿਸੇ ਵੀ ਤਰ੍ਹਾਂ ਦੀ ਕੋਈ ਵੀ ਇਨਫੋਰਮੇਸ਼ਨ ਲੈਣੀ ਚਾਹੁੰਦੇ ਆ ਤਾਂ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਸਕਰੀਨ ਦੇ ਉੱਤੇ ਸਾਡੇ ਨੰਬਰ ਆ ਰਹੇ ਨੇ, ਪਰ ਜੇ ਤੁਸੀਂ WWICS ਤੋਂ ਕੋਈ ਵੀ ਸਰਵਿਸ ਲੈਣਾ ਚਾਹੁੰਦੇ ਆ, ਕਿਸੇ ਵੀ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ, ਕਿਸੇ ਵੀ ਤਰ੍ਹਾਂ ਦੀ ਕੋਈ ਸਲਾਹ, ਕਿਸੇ ਵੀ ਤਰ੍ਹਾਂ ਦੀ ਕੋਈ ਫਾਈਲ ਲਗਵਾਉਣਾ ਚਾਹੁੰਦੇ ਆ, ਕੈਨੇਡਾ ਦੇ ਵਿੱਚ ਸੈਟਲ ਹੋਣਾ, ਅਮਰੀਕਾ ਦੇ ਵਿੱਚ ਸੈਟਲ ਹੋਣਾ ਹੈ, ਬਹੁਤ ਸਾਰੇ ਵੇ ਨੇ। ਸਾਰੇ ਵੇਜ਼ ਤੁਹਾਡੇ ਸਾਹਮਣੇ ਰੱਖਣਗੇ ਤੇ ਤੁਹਾਨੂੰ ਦੱਸਣਗੇ ਕਿ ਕਿਸ ਤਰ੍ਹਾਂ ਤੁਸੀਂ ਸੈਟਲ ਹੋ ਸਕਦੇ ਆ ਤੇ ਆਪਣਾ ਕਰੀਅਰ ਵਧੀਆ ਬਣਾ ਸਕਦੇ ਆ। ਅਸੀਂ ਤੁਹਾਡੇ ਤੱਕ ਇਨਫੋਰਮੇਸ਼ਨ ਇਸੇ ਤਰ੍ਹਾਂ ਪਹੁੰਚਾਉਂਦੇ ਰਵਾਂਗੇ। ਦੇਖਦੇ ਰਹੋ ਸਾਂਝਾ ਟੀਵੀ ਤੇ। ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।